ਤੁਸੀਂ ਪਹਿਲੇ ਭਾਗ ਵਿੱਚ ਪੜ੍ਹਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ। ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਬਾਰੇ ਪੜ੍ਹੋਗੇ। ਸਹਿਜ ਮੈਂ ਆਪਣੇ ਉੱਤੇ ਲੱਗੇ ਕਲੰਕ ਨੂੰ ਦੇਖ ਕੇ ਆਪਣੀ ਕਿਸਮਤ ਨੂੰ ਰੋਂਦੀ ਰਹੀ। ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ। ਸਹਿਜ ਨੂੰ ਗੱਲ ਸੁਣਾਉਂਦੇ ਸੁਣਾਉਂਦੇ ਤਰਨ ਦਾ ਗਲਾ ਤੇ ਅੱਖਾਂ ਭਰ ਆਈਆਂ। ਉਸ ਤੋਂ ਬਾਅਦ ਤਰਨ ਤੋਂ ਕੋਈ ਗੱਲ ਨਾ ਹੋਈ। ਕੁਝ ਚਿਰ ਦੋਵਾਂ ਵਿਚਕਾਰ ਚੁੱਪੀ ਛਾਈ ਰਹੀ। ਸਹਿਜ ਨੇ ਤਰਨ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਤਰਨ ਨੂੰ ਚੁੱਪ ਕਰਵਾਇਆ। ਤਰਨ ਨੇ ਅੱਖਾਂ ਪੂੰਝ ਕੇ ਪਾਣੀ ਪੀਤਾ। ਸਹਿਜ ਨੇ ਗੱਲ ਅੱਗੇ ਤੋਰਨ ਲਈ ਕਿਹਾ, ਤਰਨ ਮੈਂ ਸੁਣਿਆ ਸੀ ਕਿ ਤੇਰੀ ਮੰਗਣੀ ਵੀ ਟੁੱਟ ਗਈ ਸੀ ਇਸੇ ਗੱਲ ਕਰਕੇ। ਹਾਂ ਸਹਿਜ, ਤੂੰ ਸਹੀ ਸੁਣਿਆ ਹੈ, ਮੇਰੀ ਮੰਗਣੀ ਹੀ ਨਹੀਂ ਟੁੱਟੀ ਸਗੋਂ ਮੇਰਾ ਵਿਆਹ ਵੀ ਹੋ ਗਿਆ ਸੀ ਤੇ ਆਨੰਦ ਕਾਰਜ ਵੀ ਹੋ ਗਏ ਸੀ। ਪਰ ਮੇਰੇ ਸਹੁਰੇ ਮੇਰੀ ਡੋਲੀ ਨਹੀਂ ਗਈ ਕਿਉਂਕਿ ਤਰਨ ਫਿਰ ਤਾਂ ਬਹੁਤ ਅਨਰਥ ਹੋਇਆ ਤੇਰੇ ਨਾਲ। ਸਹਿਜ ਜੋ ਕਿਸਮਤ 'ਚ ਹੁੰਦਾ ਉਹੀ ਹੁੰਦਾ ਹੈ, ਪਰ ਤਰਨ ਤੇਰੇ ਘਰ ਵਾਲਾ ਕਿਹੋ ਜਿਹਾ ਸੀ ਜੋ ਆਨੰਦ ਕਾਰਜ ਕਰਵਾ ਕੇ ਛੱਡ ਗਿਆ। ਸਹਿਜ ਜਿੱਥੇ ਕਿਸਮਤ ਧੋਖਾ ਦੇ ਜਾਵੇ ਉੱਥੇ ਲੋਕ ਵੀ ਆਪਣਾ ਸਾਥ ਨਹੀਂ ਦਿੰਦੇ। ਹਾਂ ਤਰਨ, ਇਹ ਦੁਨੀਆ ਦਾ ਦਸਤੂਰ ਹੈ। ਸਹਿਜ ਮੈਂ ਘੱਟੋ ਘੱਟ 5 ਸਾਲ ਜਸ਼ਨ ਦੇ ਹਵਸ ਦਾ ਸ਼ਿਕਾਰ ਰਹੀ। ਉਹ 5 ਸਾਲ ਤੱਕ ਮੇਰਾ ਬਲਾਤਕਾਰ ਕਰਦਾ ਰਿਹਾ। ਮੇਰੇ ਹੱਥ ਪੈਰਾਂ 'ਚ ਜਾਨ ਵੀ ਨਾ ਰਹੀ। 5 ਸਾਲ ਬਾਅਦ ਮੈਂ ਕਿਸੇ ਨੂੰ ਆਪਣੀ ਸਫਾਈ ਦੇਣ ਯੋਗ ਵੀ ਨਾ ਰਹੀ। ਮੇਰੀ ਉਮਰ ਉਦੋਂ 23 ਸਾਲ ਦੀ ਸੀ। ਇੱਕ ਦਿਨ ਅਚਾਨਕ ਭੂਆ ਜੀ ਘਰ ਆਏ ਤੇ ਉਹਨਾਂ ਨੇ ਮੇਰੇ ਰਿਸ਼ਤੇ ਦੀ ਗੱਲ ਪਾਪਾ ਨਾਲ ਕੀਤੀ। ਭੂਆ ਜੀ ਨੇ ਜਿਸ ਰਿਸ਼ਤੇ ਦੀ ਦੱਸ ਪਾਈ ਉਹ ਭੂਆ ਦੇ ਸਹੁਰੇ ਪਿੰਡੋਂ ਭੂਆ ਦੇ ਸ਼ਰੀਕੇ ਪਰਿਵਾਰ ਵਿੱਚੋਂ ਸੀ। ਮੁੰਡਾ ਖੇਤੀ ਕਰਦਾ ਸੀ, ਚੰਗੀ ਜ਼ਮੀਨ ਸੀ। ਪਾਪਾ ਦੇਖਣ ਚਲੇ ਗਏ। ਪਾਪਾ ਨੂੰ ਸਾਰੀ ਗੱਲ ਫਿੱਟ ਆ ਗਈ। ਮੁੰਡੇ ਵਾਲਿਆਂ ਨੇ ਵੀ ਮੇਰਾ ਕੱਚਾ ਧਾਗਾ ਬੰਨ੍ਹ ਕੇ ਰੋਕਾ ਕਰ ਦਿੱਤਾ। ਰੋਕੇ ਤੋਂ 4 ਮਹੀਨੇ ਮਗਰੋਂ ਵਿਆਹ ਸੀ। ਮੇਰੀ ਮੰਮੀ ਨੇ 4 ਮਹੀਨਿਆਂ 'ਚ ਮੇਰੇ ਦਾਜ ਦੀ ਤਿਆਰੀ ਕਰ ਦਿੱਤੀ। ਕੰਮ ਧੰਦਿਆਂ 'ਚ ਪਤਾ ਹੀ ਨਾ ਲੱਗਿਆ 4 ਮਹੀਨੇ ਕਦ ਬੀਤ ਗਏ। ਵਿਆਹ ਵਾਲਾ ਦਿਨ ਵੀ ਆ ਗਿਆ। ਮੈਂ ਸਭ ਕੁਝ ਭੁੱਲ ਕੇ ਆਪਣੇ ਵਿਆਹ ਵਾਲੇ ਦਿਨ ਤੋਂ ਖੁਸ਼ ਸੀ। ਸਵੇਰੇ ਨਹਾਈ ਧੋਈ ਤੋਂ ਬਾਅਦ ਮੈਨੂੰ ਮੇਰੇ ਮਾਮੇ ਦੀ ਕੁੜੀ ਨੇ ਤਿਆਰ ਕਰ ਦਿੱਤਾ। ਉਹਨੂੰ ਪਾਰਲਰ ਦਾ ਕੰਮ ਆਉਂਦਾ ਸੀ। ਮੈਂ ਤਿਆਰ ਹੋ ਕੇ ਬੈਠੀ ਹੀ ਸੀ। ਥੋੜੇ ਵਕਤ ਬਾਅਦ ਬਰਾਤ ਆ ਗਈ। ਮਾਮੇ ਦੀਆਂ ਕੁੜੀਆਂ ਨੇ ਰੀਬਨ ਕਟਵਾਇਆ ਤੇ ਆ ਕੇ ਮੈਨੂੰ ਕਹਿਣ ਲੱਗੀਆਂ, ਤਰਨ ਤੇਰਾ ਪ੍ਰਾਹੁਣਾ ਤਾਂ ਬਹੁਤ ਸੋਹਣਾ ਹੈ। ਮੇਰੇ ਦਿਲ ਅੰਦਰ ਇੱਕ ਖੁਸ਼ੀ ਦੀ ਲਹਿਰ ਜਿਹੀ ਦੌੜੀ। ਬਰਾਤ ਨੇ ਚਾਹ ਪਾਣੀ ਪੀਤਾ ਤੇ ਮੇਰਾ ਚਾਹ ਪਾਣੀ ਸਮਾਨ ਅੰਦਰ ਭੇਜ ਦਿੱਤਾ। ਚਾਹ ਪਾਣੀ ਤੋਂ ਬਾਅਦ ਮੈਨੂੰ ਆਨੰਦ ਕਾਰਜ ਲਈ ਲੈ ਗਏ। ਬਾਬੇ ਨੇ 4 ਲਾਵਾਂ ਪੜ੍ਹ ਕੇ ਆਨੰਦ ਕਾਰਜ ਦੀ ਰਸਮ ਪੂਰੀ ਕਰ ਦਿੱਤੀ। ਆਨੰਦ ਕਾਰਜ ਕਰਵਾ ਕੇ ਅਸੀਂ ਘਰ ਆ ਗਏ। ਮੈਂ ਅੰਦਰ ਕਮਰੇ 'ਚ ਆ ਗਈ। ਬਰਾਤ ਆਰਾਮ ਕਰਨ ਲਈ ਸਕੂਲ 'ਚ ਚਲੀ ਗਈ। ਮਾਮੇ ਦੀਆਂ ਕੁੜੀਆਂ ਤੇ ਅਸੀਂ ਸਾਰੇ ਮਿਲ ਕੇ ਹੱਸ ਰਹੇ ਸੀ। ਇੰਨੇ ਨੂੰ ਬਾਹਰੋਂ ਰੌਲੇ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਮੰਮੀ ਦੇਖ ਕੇ ਇੱਕਦਮ ਡਰ ਗਏ। ਸਭ ਨੂੰ ਇਹ ਹੋ ਗਿਆ ਕਿ ਬਰਾਤੀ ਲੜ ਪਏ, ਪਰ ਬਰਾਤ ਦੀ ਜਗ੍ਹਾ ਮੇਰੇ ਘਰ ਵਾਲਾ ਹੀ ਲਾਲ ਪੀਲਾ ਹੁੰਦਾ ਅੰਦਰ ਆਇਆ ਤੇ ਮੇਰੇ ਤੇ ਜਸ਼ਨ ਦੀਆਂ ਫੋਟੋਆਂ ਸੁੱਟਦਾ ਬੋਲਿਆ, ਇਹ ਕੀ ਹੈ? ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਜਸ਼ਨ ਇੰਨਾ ਕੁੱਤਾ ਕੰਮ ਵੀ ਕਰ ਸਕਦਾ ਹੈ। ਉਸ ਵਕਤ ਮੈਨੂੰ ਸਮਝ ਨਹੀਂ ਆ ਰਹੀ ਸੀ। ਮੇਰੇ ਘਰ ਵਾਲਾ ਕਹਿ ਰਿਹਾ ਸੀ ਕਿ ਮੈਂ ਨਹੀਂ ਇਹਨੂੰ ਲੈ ਕੇ ਜਾਣਾ, ਜਿਹੜੀ ਹੁਣ ਤੱਕ ਭਰਾਵਾਂ ਨਾਲ ਖੇ ਖਾਂਦੀ ਰਹੀ। ਮੈਂ ਇਸ ਤੋਂ ਕੀ ਕਰਾਉਣਾ? ਮੇਰੇ ਪਾਪਾ ਨੇ ਆਪਣੀ ਪੱਗ ਉਤਾਰ ਕੇ ਉਸ ਦੇ ਮੂਹਰੇ ਰੱਖ ਦਿੱਤੀ, ਪਰ ਉਹਨੇ ਇੱਕ ਨਾ ਸੁਣੀ। ਉਹਨੇ ਪਾਪਾ ਨੂੰ ਧੱਕੇ ਦਿੰਦੇ ਨੇ ਕਿਹਾ, ਸਰਦਾਰ ਜੀ ਜੇ ਘਰ ਦਾ ਘਰ 'ਚ ਹੀ ਸਰੀ ਜਾਂਦਾ ਸੀ ਤਾਂ ਇੰਨਾ ਵੱਡਾ ਬੈੱਡ ਲਾਉਣ ਦੀ ਕੀ ਲੋੜ ਸੀ? ਬਰਾਤ ਚਲੀ ਗਈ। ਮੇਰੇ ਪਾਪਾ ਮੈਨੂੰ ਮਾਰਨ ਨੂੰ ਤਿਆਰ ਸੀ, ਪਰ ਸਾਰੇ ਰਿਸ਼ਤੇਦਾਰਾਂ ਨੇ ਪਾਪਾ ਨੂੰ ਰੋਕ ਲਿਆ। ਪਾਪਾ ਇੱਕੋ ਗੱਲ ਕਹਿ ਰਹੇ ਸੀ, ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਲੈ ਜਾਓ। ਇਸ ਨੇ ਮੇਰਾ ਨੱਕ ਵਢਾ ਕੇ ਰੱਖ ਦਿੱਤਾ। ਉਹ ਤਾਂ ਕੰਜਰ ਬੇਗਾਨਾ ਖੂਨ ਸੀ, ਪਰ ਇਹ ਤਾਂ ਮੇਰੀ ਜੰਮੀ ਹੀ ਸੀ। ਪਾਪਾ ਬਹੁਤ ਵਕਤ ਤੱਕ ਮੈਨੂੰ ਗਾਲਾਂ ਕੱਢਦੇ ਰਹੇ। ਉਸ ਰਾਤ ਸਾਡੇ ਘਰ ਰੋਟੀ ਵੀ ਨਾ ਪੱਕੀ। ਪਿੰਡ 'ਚ ਚਾਰੇ ਪਾਸੇ ਹਾਹਾਕਾਰ ਮਚ ਗਈ। ਸਵੇਰ ਹੁੰਦਿਆਂ ਹੀ ਮੇਰੀ ਨਾਨੀ ਮੈਨੂੰ ਨਾਨਕੇ ਲੈ ਗਈ। ਉੱਥੇ ਨਾਨੀ ਨੇ ਮੈਨੂੰ ਘਰੋਂ ਬਾਹਰ ਨਿਕਲਣ ਦਾ ਨਾਂ ਦਿੱਤਾ। ਕੁਝ ਦਿਨ ਨਾਨੀ ਨੇ ਮੈਨੂੰ ਕਮਰੇ ਅੰਦਰ ਹੀ ਰੱਖਿਆ, ਸ਼ਾਇਦ ਇਸੇ ਕਾਰਨ ਕਿ ਨਾਨੀ ਲੋਕਾਂ ਨੂੰ ਕੀ ਕਹੇਗੀ ਕਿ ਜਿਸ ਕੁੜੀ ਦਾ ਵਿਆਹ ਸੀ ਉਹ ਇੱਥੇ ਕਿਉਂ।
ਨਾਨੀ ਕਹਿ ਦਿੰਦੀ, ਜੋ ਹੋ ਗਿਆ ਸੋ ਹੋ ਗਿਆ, ਹੁਣ ਉਹਨੂੰ ਭੁੱਲ ਜਾ। ਪਰ ਇਹ ਸਭ ਕੁਝ ਭੁੱਲਣਾ ਮੇਰੇ ਲਈ ਆਸਾਨ ਨਹੀਂ ਸੀ। ਮਹੀਨਾ ਬੀਤ ਗਿਆ, ਪਿੰਡ ਤੋਂ ਕਿਸੇ ਨੇ ਗੇੜਾ ਤੱਕ ਨਾ ਮਾਰਿਆ, ਜਿਵੇਂ ਮੈਂ ਪਿੰਡ ਵਾਲਿਆਂ ਦੀ ਕੁਝ ਲੱਗਦੀ ਹੀ ਨਾ ਹੋਵਾਂ। ਨਾਨੀ ਮਾਮੇ ਦੀ ਕੁੜੀ ਨੂੰ ਵੀ ਮੇਰੇ ਨਾਲ ਬੋਲਣ ਨਹੀਂ ਦਿੰਦੀ ਸੀ। ਨਾਨੀ ਦਾ ਗੁੱਸਾ ਵੀ ਸ਼ਾਇਦ ਜਾਇਜ਼ ਸੀ। ਰੋਜ਼ ਰਾਤ ਨੂੰ ਰੋ ਕੇ ਸੌਣਾ ਮੇਰੀ ਆਦਤ ਹੋ ਗਈ ਸੀ। ਨਾਨੀ ਨੇ ਦਰੀਆਂ ਲਗਾ ਲਈਆਂ। ਦਰੀਆਂ ਬੁਣਦੇ ਮੇਰਾ ਵਕਤ ਸੌਖਾ ਨਿਕਲਣ ਲੱਗ ਗਿਆ ਸੀ। 3-4 ਮਹੀਨੇ ਗੁਜ਼ਰ ਗਏ, ਨਾ ਪਿੰਡੋਂ ਕੋਈ ਆਇਆ, ਨਾ ਪਿੰਡ ਦੀ ਕੋਈ ਖਬਰਸਾਰ ਆਈ। ਇੱਦਾਂ ਹੀ ਦਿਨ ਗੁਜ਼ਰਦੇ ਗਏ। ਇੱਕ ਜੇਲ੍ਹ ਵਾਂਗ ਮੇਰੀ ਜ਼ਿੰਦਗੀ ਹੋ ਗਈ ਸੀ। ਇੱਕ ਦਿਲ ਕਰਦਾ ਸੀ ਕਿ ਕਿਸੇ ਖੂਹ ਖਾਤੇ ਡਿੱਗ ਕੇ ਮਰ ਜਾਵਾਂ, ਪਰ ਇਹ ਮੱਥੇ ਲੱਗੇ ਕਲੰਕ ਨੂੰ ਲੈ ਕੇ ਮਰਨਾ ਵੀ ਠੀਕ ਨਹੀਂ ਜਾਪਦਾ ਸੀ। ਗਰਮੀ ਦੇ ਦਿਨ ਸੀ। ਮੈਂ ਤੇ ਨਾਨੀ ਦੁਪਹਿਰ ਨੂੰ ਦਰਵਾਜ਼ੇ ਵਿੱਚ ਬੈਠੀਆਂ ਦਰੀ ਦਾ ਤਾਣਾ ਬੁਣ ਰਹੀਆਂ ਸਨ। ਮਾਮੇ ਦੀ ਕੁੜੀ ਵੀ ਕੋਲ ਆ ਗਈ। ਮਾਮੇ ਦੀ ਕੁੜੀ ਆ ਕੇ ਨਾਨੀ ਨੂੰ ਕਹਿਣ ਲੱਗੀ, ਬੀਬੀ ਕੀ ਐ, ਤੂੰ ਵੀ ਸਾਰਾ ਦਿਨ ਤਰਨ ਭੈਣ ਨੂੰ ਦਰੀਆਂ ਬੁਣਨ ਤੇ ਲਗਾਈ ਰੱਖਦੀ ਐ। ਤੂੰ ਬਹੁਤੀ ਨਾ ਸਿਆਣੀ ਬਣ, ਆਪ ਤਾਂ ਡੱਕਾ ਤੋੜਨਾ ਨਹੀਂ, ਸਾਨੂੰ ਵੀ ਨਹੀਂ ਤੋੜਨ ਦੇਣਾ। ਬੀਬੀ ਭੈਣ ਵਿਚਾਰੀ ਥੱਕ ਜਾਂਦੀ ਹੋਊ, ਭੈਣ ਨੂੰ ਵੀ ਪੜ੍ਹਨ ਲਾ ਦਿਓ। ਸਾਡੇ ਕਾਲਜ ਇੱਕ ਕੁੜੀ ਹੁਣ ਪੜ੍ਹਨ ਲੱਗੀ ਐ, ਉਸ ਦਾ ਵਿਆਹ ਹੋ ਕੇ ਤਲਾਕ ਹੋ ਗਿਆ ਸੀ। ਭੈਣ ਤਾਂ ਹਾਲੇ ਸਹੁਰੇ ਵੀ ਨਹੀਂ ਗਈ ਸੀ। ਉਹ ਕੁੜੀ 2 ਸਾਲ ਸਹੁਰੇ ਲਗਾ ਕੇ ਤਲਾਕ ਹੋਣ ਤੋਂ ਬਾਅਦ ਪੜ੍ਹ ਰਹੀ ਹੈ, ਤਾਂ ਭੈਣ ਕਿਉਂ ਨਹੀਂ ਪੜ੍ਹ ਸਕਦੀ? ਨਾਨੀ ਨੂੰ ਮਾਮੇ ਦੀ ਕੁੜੀ ਰਮਨੀ ਦੀ ਗੱਲ ਸ਼ਾਇਦ ਚੰਗੀ ਨਾ ਲੱਗੀ। ਨਾਨੀ ਰਮਨੀ ਨੂੰ ਭੱਜ ਕੇ ਪੈ ਗਈ। ਹੋਰ ਉਮਰ ਹੈ ਹੁਣ ਕੋਈ ਪੜ੍ਹਨ ਦੀ। ਜਦੋਂ ਪੜ੍ਹਨ ਦੀ ਉਮਰ ਸੀ ਉਦੋਂ ਤਾਂ ਇਹ ਹੋਰੀ ਖੂਹ ਪੱਟਦੀ ਰਹੀ। ਨਾਨੀ ਦੀ ਗੱਲ ਸੁਣ ਕੇ ਰਮਨੀ ਚੁੱਪ ਕਰ ਗਈ। ਖੂਹ ਪੱਟਦੀ ਰਹੀ ਵਾਲੀ ਗੱਲ ਸੁਣ ਕੇ ਮੇਰੀ ਭੁੱਬ ਨਿਕਲ ਗਈ। ਮੈਂ ਭੱਜ ਕੇ ਅੰਦਰ ਆ ਗਈ। ਰਮਨੀ ਵੀ ਮੇਰੇ ਮਗਰ ਹੀ ਆ ਗਈ। ਰਮਨੀ ਸ਼ਾਇਦ ਇੱਕ ਕੁੜੀ ਹੋਣ ਕਰਕੇ ਮੇਰੇ ਦਰਦ ਨੂੰ ਸਮਝਦੀ ਸੀ। ਰਮਨੀ ਨੇ ਮੈਨੂੰ ਚੁੱਪ ਕਰਵਾਇਆ ਤੇ ਕਿਹਾ, ਮੈਂ ਤੇਰੀ ਪੜ੍ਹਾਈ ਬਾਰੇ ਪਾਪਾ ਨਾਲ ਗੱਲ ਕਰੂੰਗੀ। ਮੈਂ ਰੋਂਦੀ ਰੋਂਦੀ ਨੇ ਰਮਨੀ ਨੂੰ ਕਿਹਾ, ਨਹੀਂ ਰਮਨੀ, ਤੂੰ ਕਿਸੇ ਨਾਲ ਕੋਈ ਗੱਲ ਨਾ ਕਰੀ। ਹੁਣ ਮੇਰੀ ਕਿਸਮਤ 'ਚ ਧੱਕੇ ਲਿਖੇ ਨੇ। ਨਹੀਂ ਤਰਨ, ਤੂੰ ਇੱਕ ਕਾਬਲ ਕੁੜੀ ਹੈ, ਤੂੰ ਪੜ੍ਹ ਲਿਖ ਕੇ ਆਪਣੀ ਕਿਸਮਤ ਆਪ ਬਣਾ ਸਕਦੀ ਹੈ। ਨਹੀਂ ਰਮਨੀ, ਹੁਣ ਕੀ ਰਹਿ ਗਈ ਮੇਰੀ ਜ਼ਿੰਦਗੀ? ਤੁਸੀਂ ਕੀ ਇੱਥੇ ਗੁਰਮਤੇ ਕਰੀ ਜਾਂਦੀ ਹੋ? ਬਾਹਰੋਂ ਆਉਂਦੀ ਨਾਨੀ ਨੇ ਗੁੱਸੇ ਨਾਲ ਕਿਹਾ। ਕੁਝ ਨਹੀਂ ਬੀਬੀ, ਭੈਣ ਰੋ ਰਹੀ ਸੀ, ਮੈਂ ਇਹਨੂੰ ਚੁੱਪ ਕਰਵਾ ਰਹੀ ਸੀ। ਚੁੱਪ ਕਰਾਉਣ ਨੂੰ ਇਹਦੇ ਬੇਰ ਡੁੱਲੇ ਨੇ। ਕੋਈ ਕਹਿੰਦਾ ਇਹਨੂੰ ਰੋਣ ਨੂੰ, ਆਪਦੀ ਕਰਤੂਤ ਨੂੰ ਰੋਂਦੀ ਹੈ ਤਾਂ ਕੋ ਰੋਈ ਜਾਵੇ। ਇਹ ਕਹਿ ਕੇ ਨਾਨੀ ਉੱਥੋਂ ਚਲੀ ਗਈ। ਰਮਨੀ ਨੇ ਮੈਨੂੰ ਚੁੱਪ ਕਰਵਾਇਆ। ਰਮਨੀ ਨੇ ਘਰ ਆਪਦੇ ਪਾਪਾ ਨਾਲ ਮੇਰੀ ਪੜ੍ਹਾਈ ਬਾਰੇ ਗੱਲ ਕੀਤੀ, ਪਰ ਮਾਮਾ ਜੀ ਨਾ ਮੰਨੇ। ਇੱਕ ਵਾਰ ਪੁਲਿਸ ਦੀਆਂ ਪੋਸਟਾਂ ਨਿਕਲੀਆਂ ਤੇ ਰਮਨੀ ਨੇ ਮੈਨੂੰ ਪੋਸਟ ਭਰਨ ਲਈ ਕਿਹਾ, ਪਰ ਮੈਂ ਡਰਦੀ ਨੇ ਰਮਨੀ ਨੂੰ ਨਾ ਕਰ ਦਿੱਤੀ। ਰਮਨੀ ਨੇ ਫਿਰ ਵੀ ਜਿੱਦ ਕਰਕੇ ਖੁਦ ਹੀ ਮੇਰੀ ਪੋਸਟ ਭਰ ਦਿੱਤੀ। ਹੁਣ ਪੋਸਟ ਤਾਂ ਭਰੀ ਗਈ, ਪਰ ਘਰੋਂ ਜਾਣ ਦੀ ਦਿੱਕਤ ਆਉਣੀ ਸੀ। ਪੇਪਰ ਦੀ ਤਰੀਕ ਆ ਗਈ। ਰਮਨੀ ਮੈਨੂੰ ਕਹਿਣ ਲੱਗੀ, ਕੀ ਕਰੀਏ? ਰਮਨੀ ਨੇ ਵੀ ਆਪਣੀ ਪੋਸਟ ਮੇਰੇ ਨਾਲ ਹੀ ਭਰ ਦਿੱਤੀ ਸੀ। ਰਮਨੀ ਨੇ ਘਰ ਪੇਪਰ ਬਾਰੇ ਗੱਲ ਕੀਤੀ, ਮਾਮਾ ਜੀ ਨੂੰ ਨਾਲ ਲੈ ਕੇ ਜਾਣ ਬਾਰੇ ਕਹਿਣ ਲੱਗੀ, ਪਰ ਮਾਮਾ ਜੀ ਕੋਲ ਵਕਤ ਨਾ ਹੋਣ ਕਰਕੇ ਮਾਮਾ ਜੀ ਨੇ ਮਨਾ ਕਰ ਦਿੱਤਾ। ਪੇਪਰ ਦੂਜੇ ਸ਼ਹਿਰ ਹੋਣ ਕਰਕੇ ਰਮਨੀ ਨੂੰ ਇਕੱਲੀ ਨੂੰ ਵੀ ਮਾਮਾ ਜੀ ਨਹੀਂ ਭੇਜਦੇ ਸੀ। ਮਾਮਾ ਜੀ ਨੇ ਨਾਨੀ ਨੂੰ ਰਮਨੀ ਨਾਲ ਜਾਣ ਲਈ ਕਿਹਾ। ਨਾਨੀ ਜੀ ਮੈਨੂੰ ਵੀ ਇਕੱਲੀ ਨੂੰ ਘਰ ਨਹੀਂ ਛੱਡ ਕੇ ਜਾਣਾ ਚਾਹੁੰਦੇ ਸੀ। ਨਾਨੀ ਨੇ ਮਾਮਾ ਨੂੰ ਮੈਨੂੰ ਵੀ ਨਾਲ ਲੈ ਕੇ ਜਾਣ ਲਈ ਕਿਹਾ। ਮੈਂ, ਨਾਨੀ ਜੀ ਤੇ ਰਮਨੀ ਅਸੀਂ ਤਿੰਨੇ ਸ਼ਹਿਰ ਪੇਪਰ ਦੇਣ ਜਾਣ ਲਈ ਤਿਆਰ ਹੋ ਗਈਆਂ। ਲਿਖਤੀ ਪੇਪਰ ਜਲੰਧਰ ਸੀ। ਦੂਰ ਹੋਣ ਕਰਕੇ ਰਾਤ ਵੀ ਸਾਨੂੰ ਉੱਥੇ ਹੀ ਰਹਿਣਾ ਪਿਆ। ਰਾਤ ਰਹਿਣ ਲਈ ਸਾਡੀ ਖਾਸ ਰਿਸ਼ਤੇਦਾਰੀ ਤਾਂ ਨਹੀਂ ਸੀ, ਪਰ ਮੇਰੀ ਭੂਆ ਦੀ ਨਨਾਣ ਦੀ ਦਰਾਣੀ ਦੇ ਪੇਕੇ ਸੀ। ਅਸੀਂ ਉੱਥੇ ਰਾਤ ਰੁਕੇ। ਰਾਤ ਨੂੰ ਰਮਨੀ ਨੂੰ ਤੇ ਮੈਨੂੰ ਉਹਨਾਂ ਨੇ ਪੜ੍ਹਨ ਲਈ ਅਲੱਗ ਕਮਰਾ ਦੇ ਦਿੱਤਾ। ਮੈਂ ਤੇ ਰਮਨੀ ਅੱਧੀ ਰਾਤ ਤੱਕ ਪੜ੍ਹਦੀਆਂ ਰਹੀਆਂ। 2 ਵਜੇ ਦੇ ਕਰੀਬ ਅਸੀਂ ਸੌਂ ਗਈਆਂ। ਨਾਨੀ ਨੇ ਸਾਨੂੰ ਸਵੇਰੇ ਹੀ ਜਗਾ ਦਿੱਤਾ। ਨਾਨੀ ਨੇ ਮੈਨੂੰ ਰਮਨੀ ਨਾਲ ਜਾਣ ਲਈ ਕਹਿ ਦਿੱਤਾ, ਜਿਵੇਂ ਹਰ ਗੱਲ ਦਾ ਸਬੱਬ ਰੱਬ ਹੀ ਬਣਾ ਰਿਹਾ ਹੋਵੇ। ਮੈਂ ਤੇ ਰਮਨੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਸਵੇਰੇ ਤਿਆਰ ਹੋ ਕੇ ਅਸੀਂ ਪੇਪਰ ਦੇਣ ਚਲੀਆਂ ਗਈਆਂ। ਮਨ ਲਗਾ ਕੇ ਅਸੀਂ ਦੋਵਾਂ ਨੇ ਪੇਪਰ ਦਿੱਤਾ। ਪੇਪਰ ਸੌਖਾ ਹੋਣ ਕਰਕੇ ਅਸੀਂ ਛੇਤੀ ਹੀ ਕਰ ਦਿੱਤਾ।
पेपर दे के जदों असीं गेट चों निकलण लगीਆਂ सामने जशन खड़ा सी। जशन ने मैनू देख लिया सी, पर मैं जशन नूं देख के भी अणदेखिया कर दिता सी। जशन ने मैनू बुलाउण दी कोशिश कीती, पर रमनी मेरी बांह फड़ के काल नाल बाहर लै गई। शायद रमनी मेरे तो भी ज़्यादा जशन नूं नफरत करदी सी। रमनी ते मैं रिक्शा लैके घर आ गईਆਂ। जशन ਹੁਣ देखण करके मेरी धड़कन हाले भी तेज़ सी, पर रमनी मैनू हौसला दिंदी रही। नानी ਤਿਆਰ ही बैठी सी, शायद साडे आउण दी उड़ीक कर रही सी। सानू देख के लम्मा हौंका भर के कहा, शुक्र है कि तुसी आ गईਆਂ। मैनू फिक्र होया पिया सी। चंगा भैणे, असीं हुण चलदे हां। सब नूं मिल के असीं उत्थों चल पए। तकरीबन 3 घंटिਆਂ बाद असीं घर पहुंच गए। मेरा ध्यान वार-वार जशन ਵੱਲ जा रहा सी कि जशन उत्थे की लैण आया सी। ਉਹ ਵੀ ਕਿਤੇ पेपर देण ਤਾਂ नहीं आया सी। फिर एकदम मेरा दिल कह रहा सी कि तू की लेना जशन तो। तू उस जशन बारे सोच रही है जिसने तेरी जिंदगी खराब कर दी। वो तेरा हुण की लगदा है? सोच के मैं सोचणों हट जाती सी, पर दूजे पल मेरा ध्यान फिर जशन ਵੱਲ ਜਾਂਦਾ ਸੀ। यही ताना बाना मेरे अंदर 2 दिन तक ਚੱਲਿਆ। 2 दिन बाद मैं सब कुछ भुल गई। साडे पेपर का नतीजा आ गया। रमनी ने नतीजा देखिया तां रमनी 2 नंबरां ते रह गई ते मैं पास हो गई। हुण फिर एक नवीं मुसीबत खड़ी हो गई सी कि हुण की करिए। रमनी ने सोच के कहा, मैं हाले घर नहीं दसदी कि मैं पेपर चों फेल हो गई। बस फिर की, रमनी ने उवें ही कह दिता जिवें सोचिया सी। हुण फिर नानी साडे नाल गई। असीं जलंधर ही रिश्तेदारी 'च रात कट्टी। मैं ते रमनी सवेर नूं तैयार हो के चलियां गईਆਂ। ਉੱਥੇ ਸਾਡੀ ਪਹਿਲਾਂ 16 ਮੀਟਰ ਦੀ ਰੇਸ ਹੋਈ। ਮੈਂ ਰੇਸ ਵਿੱਚੋਂ ਵੀ ਨਿਕਲ ਗਈ ਤੇ ਫਿਰ ਲੰਬੀ ਛਾਲ ਦੀ ਵਾਰੀ ਆਈ। ਲੰਬੀ ਛਾਲ ਵੇਲੇ ਮੇਰੇ ਕੋਲੋਂ ਛਾਲ ਨਹੀਂ ਲੱਗੀ। ਉਹਨਾਂ ਨੇ ਮੈਨੂੰ 3 ਮੌਕੇ ਦਿੱਤੇ। मैं 3 ਚੋਂ ਫੇਲ ਹੋ ਗਈ। ਉੱਚੀ ਛਾਲ ਚੋਂ ਵੀ ਮੈਂ ਲੰਘ ਗਈ। ਬਾਕੀ ਸਭ ਕੁਝ ਮੇਰਾ ਪਾਸ ਹੋ ਗਿਆ। ਬਸ ਲੰਬੀ ਛਾਲ ਕਾਰਨ ਮੈਨੂੰ ਉਹਨਾਂ ਨੇ ਫੇਲ ਕਰ ਦਿੱਤਾ। ਮੇਰਾ ਮਨ ਬਹੁਤ ਦੁਖੀ ਹੋਇਆ। ਰਮਨੀ ਤੋਂ ਮੇਰਾ ਦੁੱਖ ਦੇਖਿਆ ਨਹੀਂ ਗਿਆ। ਰਮਨੀ ਫੇਰ ਅਫਸਰ ਕੋਲ ਗਈ ਤੇ ਅਫਸਰ ਨਾਲ ਸਾਰੀ ਗੱਲਬਾਤ ਕੀਤੀ ਤੇ ਰਮਨੀ ਨੇ ਮੇਰੀ ਸਾਰੀ ਹਾਲਤ ਅਫਸਰ ਨੂੰ ਦੱਸੀ। ਅਫਸਰ ਨੇ ਤਰਸ ਦੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਮੈਨੂੰ ਕੋਲ ਬੁਲਾ ਕੇ ਕਿਹਾ कि कोई गल नहीं है, मैं लम्मी छाल चों अपने रिस्क ते तैनूं पास कर दिंदा हां। वो अफसर उस वक्त मैनूं रब वर्गा लग्गिया। उस अफसर ने मैनूं हौसला ही नहीं दिता, सगों एक जिउण लई जिंदा जिंदगी भी दित्ती सी। उस अफसर ने रमनी कोलों फोन नंबर मंगदिआं कहा कि अपना फोन नंबर दे दिओ, मैं फोन करके दस देवांगा। रमनी ने गुआंढियां दा टैलीफोन नंबर दे दिता ਤੇ ਅਸੀਂ ਘਰ ਆ ਗਈਆਂ। ਘਰ ਆ ਕੇ ਵੀ ਰਮਨੀ ਨੇ ਕਿਸੇ ਨੂੰ ਕੁਝ ਨਾ ਦੱਸਿਆ। ਰਮਨੀ ਨੇ ਇਹੀ ਕਿਹਾ ਕਿ ਫੋਨ ਆਊਗਾ ਫਿਰ ਪਤਾ ਲੱਗੇਗਾ ਕਿ ਨੌਕਰੀ ਮਿਲਦੀ ਹੈ ਜਾਂ ਨਹੀਂ। ਸਭ ਨੂੰ ਇਹ ਸੀ ਕਿ ਰਮਨੀ ਨੂੰ ਨੌਕਰੀ ਮਿਲਣੀ ਹੈ, ਪਰ ਵਿਚਲੀ ਗੱਲ ਕਿਸੇ ਨੂੰ ਨਹੀਂ ਪਤਾ ਸੀ। ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਫੋਨ ਆ ਗਿਆ ਤੇ ਰਮਨੀ ਫੋਨ ਸੁਣਨ ਲਈ ਗਈ। ਆਉਂਦੀ ਨੇ ਹੀ ਰਮਨੀ ਨੇ ਮੇਰੇ ਕੰਨ 'ਚ ਸਾਰੀ ਗੱਲ ਦੱਸ ਦਿੱਤੀ। ਹੁਣ ਅਸੀਂ ਨੌਕਰੀ ਦੇ ਪੇਪਰ ਲੈਣ ਜਾਣਾ ਸੀ। ਦੂਜੇ ਦਿਨ ਅਸੀਂ मैं नानी रमनी तीनों फिर जलंधर गए। असी उवें ही फिर रिश्तेदारां दे घर रात कट्टी। सवेर नूं मैं ते रमनी तैयार हो गईਆਂ। अफसर ने सानू पेपर फड़ाउंदे ने वधाई दित्ती ते कहा हुण मैडिकल रह गया, वो भी मैं आपे टपा दिऊं। अफसर ने मैनू हौसला दिंदे ने कहा, पुत्त कोई गल नहीं, तू मेरी धी है। जे तैनू रहण दी दिक्कत आई मैं आपे प्रबंध कर देवांगा। मेरी खुशी दा उदों कोई ठिकाना नहीं सी। मैं बहुत खुश सी कि रब ने मेरी बांह फड़ लई। बस रमनी ते मैं ते अफसर मेरी जिंदगी विच रब बन के आए। मैनू नौकरी मिल गई। रमनी मैनू नौकरी ते छड्ड के आप घर चली गई। शायद रमनी नाल उस तो बाद उहदे घरदिआं ने की कीता इह तां रब ही जाणदा है जां रमनी जाणदी है। उस तो बाद मैं रमनी नू एक दिन टैलीफोन कीता तां रमनी तो मेरे नाल गल ना होई ते बस रो पई। मैं ਉਹਨੂੰ ਪਹਿਲਾਂ ਚੁੱਪ ਕਰਵਾਇਆ ਤੇ ਫਿਰ ਪੁੱਛਿਆ ਕਿ ਕੀ ਹੋਇਆ। ਰਮਨੀ ਨੇ ਰੋਂਦੀ ਨੇ ਦੱਸਿਆ, ਭੈਣ ਮੇਰਾ 8 ਦਿਨਾਂ ਨੂੰ ਵਿਆਹ ਹੈ। ਮੈਂ ਹਾਲੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੈਂ ਰਮਨੀ ਨੂੰ ਕਿਹਾ ਮੈਂ ਤੇਰੀ ਮਦਦ ਕਰਾਂ, ਪਰ ਰਮਨੀ ਨੇ ਕਸਮ ਪਾ ਕੇ ਮੈਨੂੰ ਰੋਕ ਦਿੱਤਾ। ਸ਼ਾਇਦ 8 ਦਿਨ ਬਾਅਦ ਰਮਨੀ ਦਾ
ਵਿਆਹ ਹੋ ਗਿਆ ਸੀ। ਅੱਛਾ ਤਰਨ, ਤੂੰ ਵਿਆਹ ਕਿਉਂ ਨਹੀਂ ਕਰਵਾਇਆ? ਸਹਿਜ, ਮੈਂ ਵਿਆਹ ਕਰਨ ਦੇ ਕਾਬਲ ਹੀ ਨਾ ਰਹੀ ਤੇ ਮੇਰੇ ਨਾਲ ਵਿਆਹ ਕਰਵਾਉਂਦਾ ਵੀ ਕੌਣ? ਮਾਂ ਪਿਓ ਮੇਰੇ ਨਹੀਂ ਸੀ, ਕੋਈ ਅੱਗੇ ਪਿੱਛੇ ਮੇਰਾ ਸਾਥ ਦੇਣ ਵਾਲਾ ਕੋਈ ਨਹੀਂ। ਬਾਕੀ ਫੇਰ ਇੱਕ ਕੁੜੀ ਜਿਸ ਦੇ ਸਿਰ ਬਲਾਤਕਾਰ ਦਾ ਕਲੰਕ ਹੋਵੇ, ਦੂਜੇ ਉਸ ਦੇ ਆਨੰਦ ਕਾਰਜ ਹੋਣ ਤੋਂ ਬਾਅਦ ਸਹੁਰੇ ਉਸ ਨੂੰ ਨਕਾਰ ਕੇ ਛੱਡ ਜਾਣ, ਉਸ ਨਾਲ ਵਿਆਹ ਕੌਣ ਕਰਵਾਉਂਦਾ? ਨਹੀਂ ਤਰਨ, ਜੋ ਤੈਨੂੰ ਸਮਝਦਾ ਉਹ ਤਾਂ ਆਪੇ ਰਾਜੀ ਹੋ ਜਾਂਦਾ। ਨਹੀਂ ਸਹਿਜ, ਮਰਦ ਜਾਤ ਸਾਰੀ ਇੱਕੋ ਜਿਹੀ ਹੁੰਦੀ ਹੈ। ਇਹ ਦੂਜੇ ਦੀ ਜਨਾਨੀ ਨੂੰ ਤਰਸ ਦੇ ਆਧਾਰ ਤੇ ਵਰਤਦੇ ਨੇ ਤੇ ਆਪਣੀਆਂ ਨੂੰ ਨਕਾਰਦੇ ਨੇ। ਨਹੀਂ ਤਰਨ, ਪੰਜੇ ਉਂਗਲਾਂ ਇੱਕੋ ਸਾਰ ਥੋੜੀ ਹੁੰਦੀਆਂ ਨੇ। ਸਹਿਜ, ਜਦ ਉਂਗਲਾਂ ਦੂਜੇ ਹੱਥ ਨਾਲ ਮਿਲਦੀਆਂ ਨੇ ਤਾਂ ਇੱਕੋ ਸਾਰ ਹੀ ਹੋ ਜਾਂਦੀਆਂ ਨੇ। ਤਰਨ ਦੀ ਗੱਲ ਸੁਣ ਕੇ ਸਹਿਜ ਕੁਝ ਪਲ ਲਈ ਚੁੱਪ ਰਿਹਾ ਤੇ ਤਰਨ ਦੇ ਮੂੰਹ ਵੱਲ ਦੇਖਦਾ ਰਿਹਾ। ਤਰਨ, ਤੂੰ ਗੱਲਾਂ ਬਹੁਤ ਡੂੰਘੀਆਂ ਕਰ ਲੈਂਦੀ ਹੈ। ਸਹਿਜ, ਜਿੰਨੇ ਡੂੰਘੀਆਂ ਸੱਟਾਂ ਖਾਧੀਆਂ ਨੇ ਓਨੇ ਹੀ ਜ਼ਖਮਾਂ ਦੇ ਨਿਸ਼ਾਨ ਡੂੰਘੇ ਚਲੇ ਜਾਂਦੇ ਨੇ। ਸਹਿਜ, ਮੈਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਹਾਲਾਤਾਂ ਨੇ ਗੱਲਾਂ ਕਰਨੀਆਂ ਸਿਖਾ ਦਿੱਤੀਆਂ। ਹਾਂ ਤਰਨ, ਸ਼ਾਇਦ ਬੰਦੇ ਦੇ ਹਾਲਾਤ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ। ਤਰਨ, ਜੇ ਤੇਰਾ ਵਿਆਹ ਹੁੰਦਾ ਫਿਰ ਵੀ ਤੂੰ ਮਰਦਾਂ ਤੋਂ ਇੰਨੀ ਨਫ਼ਰਤ ਕਰਦੀ? ਸਹਿਜ, ਇਸੇ ਲਈ ਤਾਂ ਮੈਂ ਕਦੇ ਵਿਆਹ ਬਾਰੇ ਸੋਚਿਆ ਨਹੀਂ। ਜੇ ਮੇਰਾ ਵਿਆਹ ਹੋਊਗਾ ਤਾਂ ਉਹ ਵੀ ਇੱਕ ਮਰਦ ਹੋਊਗਾ। ਉਸ ਤੋਂ ਬਾਅਦ ਜੇ ਰੱਬ ਨੇ ਪੁੱਤ ਦਿੱਤਾ ਤਾਂ ਉਹ ਵੀ ਵੱਡਾ ਹੋ ਕੇ ਮਰਦ ਹੀ ਬਣੇਗਾ। ਫਿਰ ਹੋ ਸਕਦਾ ਉਹ ਵੀ ਵੱਡਾ ਹੋ ਕੇ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਕਰੇ ਤੇ ਕਿਸੇ ਦੇ ਸਿਰ ਤੇ ਕਲੰਕ ਦਾ ਦਾਗ ਲਗਾਵੇ। ਬਸ ਇਹੀ ਸੋਚ ਕੇ ਸਹਿਜ ਮੈਂ ਵਿਆਹ ਬਾਰੇ ਕਦੇ ਸੋਚਿਆ ਨਹੀਂ। ਫੇਰ ਤਰਨ, ਹੁਣ ਤੇਰੀ ਸਾਰੀ ਜ਼ਿੰਦਗੀ ਕਿਸ ਸਹਾਰੇ ਕੱਟੇਂਗੀ? ਸਹਿਜ, ਜੇ ਮੈਂ ਸਹਾਰਿਆਂ ਦੇ ਰਹਿਣਾ ਹੁੰਦਾ ਤਾਂ ਅੱਜ ਤੱਕ ਵਿਆਹ ਕਰਵਾ ਲੈਂਦੀ। ਸਹਿਜ, ਮੈਂ ਆਪਣੀ ਜ਼ਿੰਦਗੀ ਆਪਣੇ ਦਮ ਤੇ ਜਿਉਣਾ ਚਾਹੁੰਦੀ ਹਾਂ। ਪਰ ਤਰਨ, ਤੇਰੇ ਕੋਲ ਤਾਂ ਕੋਈ ਬੱਚਾ ਵੀ ਨਹੀਂ। ਮੇਰੇ ਕੋਲ ਮੇਰੀ ਬੇਟੀ ਹੈ। ਬੇਟੀ? ਸਹਿਜ ਨੇ ਹੈਰਾਨ ਹੁੰਦੇ ਨੇ ਪੁੱਛਿਆ। ਹਾਂ ਸਹਿਜ, ਮੇਰੀ ਬੇਟੀ। ਪਰ ਤਰਨ, ਤੇ ਤੇਰਾ ਤਾਂ ਵਿਆਹ ਹੀ ਨਹੀਂ ਹੋਇਆ, ਬੇਟੀ ਕਿੱਥੋਂ ਆ ਗਈ? ਇਹ ਜ਼ਰੂਰੀ ਹੁੰਦਾ ਸਹਿਜ? ਜਿਸ ਨੂੰ ਅਸੀਂ ਜਨਮ ਦਿੱਤਾ ਹੋਵੇ ਉਹੀ ਸਾਡਾ ਧੀ ਪੁੱਤ ਹੁੰਦੇ ਨੇ। ਸਹਿਜ, ਅਸੀਂ ਗੋਦ ਵੀ ਲੈ ਸਕਦੇ ਹਾਂ। ਅੱਛਾ ਤਰਨ, ਤੂੰ ਗੋਦ ਲਈ? ਪਰ ਤੂੰ ਗੋਦ ਕਿਸ ਤੋਂ ਲਈ? ਸਹਿਜ, ਜਿੱਥੇ ਮੈਂ ਰਹਿ ਰਹੀ ਹਾਂ ਉੱਥੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਪਹਿਲਾਂ 2 ਕੁੜੀਆਂ ਸੀ ਤੇ ਤੀਜੀ ਇੱਕ ਹੋਰ ਹੋ ਗਈ, ਜਿਸ ਦਾ ਨਾਮ ਮੈਂ ਹੈਵਨ ਰੱਖਿਆ। ਜਦੋਂ ਇਹ ਹੋਈ ਉਦੋਂ ਹੀ ਹੈਵਨ ਦੀ ਮਾਂ ਦੀ ਮੌਤ ਹੋ ਗਈ। ਉਹਨੂੰ ਪਾਲਣ ਵਾਲਾ ਕੋਈ ਨਹੀਂ ਸੀ। ਮੈਨੂੰ ਤਰਸ ਆ ਗਿਆ, ਮੈਂ ਹੈਵਨ ਨੂੰ ਗੋਦ ਲੈ ਲਿਆ। ਹੁਣ ਹੈਵਨ ਦੇ ਮੋਹ ਨੇ ਮੈਨੂੰ ਬੰਨ੍ਹ ਲਿਆ। ਹੈਵਨ ਬਹੁਤ ਪਿਆਰੀ ਬੱਚੀ ਹੈ। ਹੁਣ ਉਹ 4 ਸਾਲ ਦੀ ਹੋ ਗਈ, ਸਕੂਲ ਪੜ੍ਹਨ ਜਾਂਦੀ ਹੈ। ਦਿਨ ਵਕਤ ਉਹਨੂੰ ਸਕੂਲ ਛੱਡ ਕੇ ਮੈਂ ਡਿਊਟੀ ਆ ਜਾਂਦੀ ਹਾਂ ਤੇ ਦੁਪਹਿਰ ਵਕਤ ਉਹਨੂੰ ਮੈਂ ਜਿੱਥੇ ਰਹਿ ਰਹੀ ਹਾਂ ਉਹ ਆਂਟੀ ਕੋਲ ਛੱਡ ਦਿੰਦੀ ਹਾਂ। ਸਹਿਜ, ਹੁਣ ਮੈਨੂੰ ਇਕੱਲਾਪਨ ਵੀ ਮਹਿਸੂਸ ਨਹੀਂ ਹੁੰਦਾ। ਮੈਂ ਸਾਰਾ ਦਿਨ ਹੈਵਨ ਦੇ ਆਰੇ ਲੱਗੀ ਰਹਿੰਦੀ ਹਾਂ। ਸਹਿਜ ਨੇ ਤਰਨ ਦਾ ਹੱਥ ਫੜਦਿਆਂ ਕਿਹਾ। ਤਰਨ, ਤੇਰੀ ਕਹਾਣੀ ਸੱਚੀ ਬਹੁਤ ਦੁਖਦਾਈ ਹੈ। ਮੈਨੂੰ ਖੁਦ ਸੁਣ ਕੇ ਮਹਿਸੂਸ ਹੋ ਰਿਹਾ ਕਿ ਸਾਡਾ ਸਮਾਜ ਕਿਹੋ ਜਿਹਾ ਹੈ, ਜੋ ਕੁੜੀਆਂ ਤੇ ਲੱਗੇ ਦਾਗ ਨੂੰ ਸਾਰੀ ਉਮਰ ਨਾਲ ਲੈ ਕੇ ਚੱਲਦਾ ਹੈ, ਜਦ ਕਿ ਇਹ ਦਾਗ ਵੀ ਸਾਡੇ ਸਮਾਜ ਵੱਲੋਂ ਹੀ ਲਗਾਏ ਜਾਂਦੇ ਨੇ। ਪਰ ਸਹਿਜ, ਇਸ ਦਾ ਹੱਲ ਵੀ ਕੀ ਹੈ? ਜਦ ਇੱਕ ਪਿਓ, ਇੱਕ ਭਰਾ ਤੇ ਇੱਕ ਪਤੀ ਔਰਤ ਨੂੰ ਨਹੀਂ ਸਮਝ ਸਕਦੇ, ਫਿਰ ਸਮਾਜ ਕਿਵੇਂ ਸਮਝੇਗਾ? ਸਹਿਜ, ਸਮਾਜ ਵੀ ਸਾਡਾ ਹੀ ਬਣਾਇਆ ਹੋਇਆ ਹੈ। ਅਸੀਂ ਵੀ ਇਸ ਸਮਾਜ ਦਾ ਹਿੱਸਾ ਹਾਂ। ਹਾਂ ਤਰਨ, ਸ਼ਾਇਦ ਤੂੰ ਠੀਕ ਕਹਿ ਰਹੀ ਹੈ। ਚੱਲ ਤਰਨ, ਆਪਾਂ ਨੂੰ ਗੱਲਾਂ 'ਚ ਪਤਾ ਹੀ ਨਹੀਂ ਲੱਗਿਆ, ਵਕਤ ਬਹੁਤ ਹੋ ਗਿਆ। ਤੂੰ ਵੀ ਆਪਣੀ ਡਿਊਟੀ ਕਰਕੇ ਘਰ ਜਾ ਤੇ ਮੈਂ ਵੀ ਜਾਂਦਾ ਹਾਂ। ਬਾਕੀ ਦੀ ਰਹਿੰਦੀ ਗੱਲ ਆਪਾਂ ਫੇਰ ਕਦੇ ਵੇਲੇ ਵਕਤ ਕਰਾਂਗੇ। ਇਹ ਸੀ ਮੇਰੀ ਅੱਜ ਦੀ ਕਹਾਣੀ। ਜੇਕਰ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਣਾ। ਧੰਨਵਾਦ। ਮਿਲਦੇ ਹਾਂ ਹੁਣ ਕਿਸੇ ਨਵੀਂ ਕਹਾਣੀ ਦੇ ਨਾਲ।